ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਵਿਪੁਲ ਉਜਵਲ ਹੈ ਅਤੇ ਮੈਂ ਪੰਜਾਬ ਸਰਕਾਰ ਦੁਆਰਾ ਸਥਾਪਿਤ ਸਟੇਟ ਕੋਵਿਡ ਕੰਟਰੋਲ ਰੂਮ ਦਾ ਮੈਂਬਰ ਹਾਂ ਅਤੇ ਅੱਜ 50ਵੇਂ ਦਿਨ ਮੈਂ ਤਾਜ਼ਾ ਸਥਿਤੀ ਦੀ ਜਾਣਕਾਰੀ ਲੈ ਕੇ ਆਪ ਜੀ ਦੇ ਸਾਹਮਣੇ ਹਾਜ਼ਰ ਹੋਇਆ। ਹੁਣ ਤੱਕ ਕੋਰੋਨਾ ਵਾਇਰਸ ਨੇ ਵਿਸ਼ਵ ਭਰ ਵਿੱਚ 42 ਲੱਖ ਲੋਕਾਂ ਨੂੰ ਸੰਕਰਮਿਤ ਕੀਤਾ ਹੈ ਅਤੇ 2,84,000 ਮੌਤਾਂ ਦਾ ਕਾਰਨ ਬਣਿਆ ਹੈ। ਭਾਰਤ ਵਿੱਚ ਇਸ ਨੇ 67,000 ਲੋਕਾਂ ਨੂੰ ਸੰਕਰਮਿਤ ਕੀਤਾ ਹੈ ਅਤੇ ਜਿਸ ਦੇ ਵਿੱਚ 22,015 ਮੌਤਾਂ ਸ਼ਾਮਿਲ ਹਨ। ਇਸ ਮੁਸ਼ਕਿਲ ਦੀ ਘੜੀ ਵਿੱਚ ਬਹੁਤ ਸਾਰੇ ਸਾਡੇ ਪ੍ਰਵਾਸੀ ਕਾਮੇ ਆਪਣੇ ਜੱਦੀ ਰਾਜਾਂ ਵਿੱਚ ਵਾਪਸ ਜਾਣ ਦੀ ਇੱਛਾ ਰੱਖ ਰਹੇ ਹਨ। ਇਹਦੇ ਪੰਜਾਬ ਸਰਕਾਰ ਸਾਰੇ ਪ੍ਰਵਾਸੀ ਭਰਾਵਾਂ ਨੂੰ ਭਰੋਸਾ ਦਿਲਵਾਉਣਾ ਚਾਹੁੰਦੀ ਹੈ ਕਿ ਜੇ ਉਹ ਪੰਜਾਬ ਵਿੱਚ ਰਹਿਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ। ਜੇਕਰ ਫਿਰ ਵੀ ਉਹ ਜਾਣਾ ਚਾਹੁੰਦੇ ਹਨ ਜਾਂ ਜਾਣ ਦੀ ਇੱਛਾ ਰੱਖਦੇ ਹਨ ਤਾਂ ਉਹ ਆਪਣੇ ਆਪ ਨੂੰ ਸਾਡੀ ਵੈਬਸਾਈਟ covidhelp.punjab.gov.in ਤੇ ਰਜਿਸਟਰ ਕਰਵਾ ਸਕਦੇ ਹਨ ਅਤੇ ਉਸ ਤੋਂ ਪਛਾਤ ਸਰਕਾਰ ਵੱਲੋਂ ਉਹਨਾਂ ਦੀ ਸੂਬਾ ਸਰਕਾਰਾਂ ਦੇ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਭਿਜਵਾਉਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਆਰੰਭੀ ਜਾਵੇਗੀ। ਪੰਜਾਬ ਸਰਕਾਰ ਇਸ ਦੌਰਾਨ ਲਗਭਗ 50 ਦੇ ਕਰੀਬ ਟ੍ਰੇਨਾਂ ਪ੍ਰਵਾਸੀ ਕਾਮਿਆਂ ਦੀ ਆਪਣੇ ਗ੍ਰਹਿ ਰਾਜਾਂ ਵਿੱਚ ਭੇਜ ਚੁੱਕੀ ਹੈ। ਇਹਨਾਂ ਟ੍ਰੇਨਾਂ ਵਿੱਚ ਭੋਜਨ ਅਤੇ ਪਾਣੀ ਦੀ ਜਿਹੜੀ ਸੁਵਿਧਾ ਹੈ ਉਹ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ। ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਇਹ ਸਾਰੇ ਬਾਹਰ ਜਾਣ ਵਾਲੇ ਯਾਤਰੀ ਸਥਿਤੀ ਸੁਧਾਰ ਹੋਣ ਦੇ ਪਛਾਤ ਵਾਪਸ ਪੰਜਾਬ ਪਰਤ ਆਉਣਗੇ। ਇਸੇ ਤਰ੍ਹਾਂ ਹੋਰ ਰਾਜਾਂ ਅਤੇ ਹੋਰ ਦੇਸ਼ਾਂ ਵਿੱਚ ਫਸੇ ਸਾਰੇ ਪੰਜਾਬੀ ਨਾਗਰਿਕਾਂ ਨੂੰ ਆਪਣੇ ਜੱਦੀ ਜ਼ਿਲ੍ਹਿਆਂ ਵਿੱਚ ਵਾਪਸ ਆਉਣ ਦੇ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਮਦਦ ਦਿੱਤੀ ਜਾ ਰਹੀ ਹੈ। ਸਰਕਾਰ ਆਪ ਸਾਰਿਆਂ ਨੂੰ ਇਹ ਭਰੋਸਾ ਵੀ ਦਿਵਾਉਣਾ ਚਾਹੁੰਦੀ ਹੈ ਕਿ ਕੋਈ ਵੀ ਪੰਜਾਬੀ ਨੂੰ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ। ਅਸੀਂ ਸਾਰੇ ਯਾਤਰੀਆਂ ਨੂੰ ਬੇਨਤੀ ਕਰਦੇ ਹਾਂ ਕਿ ਯਾਤਰਾ ਕਰਦੇ ਵੇਲੇ ਉਹ ਸਮਾਜਿਕ ਦੂਰੀਆਂ ਦੀਆਂ ਹਿਦਾਇਤਾਂ ਦੀ ਪਾਲਣਾ ਕਰਨ, ਹੱਥਾਂ ਦੀ ਸਫਾਈ ਦਾ ਖਾਸ ਧਿਆਨ ਰੱਖਣ ਅਤੇ ਹਰ ਵੇਲੇ ਮਾਸਕ ਨਾਲ ਆਪਣਾ ਚਿਹਰਾ ਢੱਕ ਕੇ ਰੱਖਣ। ਇਹ ਵੀ ਬੜੀ ਤਸੱਲੀ ਬਖਸ਼ ਖਬਰ ਹੈ ਕਿ ਇਹਨਾਂ ਸਾਰਾ ਤਕਲੀਫਾਂ ਦੇ ਮੁਸ਼ਕਿਲਾਂ ਦੇ ਚਲਦੇ ਵੀ ਜਿਹੜੀ ਆਪਣੀ ਕਣਕ ਦੀ ਖਰੀਦ ਹੈ ਉਹ ਬੜੀ ਸਫਲਤਾ ਨਾਲ ਨਜਿੱਠੀ ਜਾ ਰਹੀ ਹੈ, ਪੂਰੀ ਕੀਤੀ ਜਾ ਰਹੀ ਹੈ। ਸੂਬੇ ਅਤੇ ਜ਼ਿਲ੍ਹਾ ਪੱਧਰ ਦੇ ਪ੍ਰਸ਼ਾਸਨ ਦੇ ਧਿਆਨਪੂਰਵਕ ਯੋਜਨਾਬੰਦੀ ਅਤੇ ਕਾਰਜਵਿਧੀ ਸਦਕਾ ਇਹ ਜਿਹੜੀ ਖਰੀਦ ਹੈ ਹੋਰ ਸਾਲਾਂ ਵਰਗੀ ਉਸੇ ਤਰ੍ਹਾਂ ਸਫਲ ਤੇ ਸੁਚਾਰੂ ਤਰੀਕੇ ਨਾਲ ਪੂਰੀ ਹੋਈ ਹੈ। ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਸ਼ੱਕੀ ਮਾਮਲੇ ਦੇ ਨਮੂਨੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਸੰਬੰਧ ਵਿੱਚ ਰਾਜ ਦੇ ਟੈਸਟ ਲਈ 42,306 ਨਮੂਨੇ ਭੇਜੇ ਹਨ, ਜਿਨ੍ਹਾਂ ਵਿੱਚੋਂ 37,000 ਲਗਭਗ 38,000 ਨਮੂਨਿਆਂ ਦੀ ਜਾਂਚ ਨੈਗੇਟਿਵ ਪਾਈ ਗਈ ਹੈ। ਹਾਲਾਂਕਿ ਹੁਣ ਤੱਕ ਕੁੱਲ 1877 ਨਮੂਨੇ ਪੋਜ਼ਿਟਿਵ ਪਾਏ ਗਏ। ਕੱਲ ਤੱਕ ਇਹ ਜਿਹੜਾ ਆંકੜਾ ਸੀਗਾ ਪੋਜ਼ਿਟਿਵ ਕੇਸਾਂ ਦਾ ਉਹ 1823 ਸੀ। ਬਦਕਿਸਮਤੀ ਨਾਲ ਹੁਣ ਤੱਕ 31 ਲੋਕਾਂ ਦੀ ਮੌਤ ਹੋ ਚੁੱਕੀ ਹੈ, ਪਰੰਤੂ ਇਹ ਵੀ ਖੁਸ਼ੀ ਦੀ ਗੱਲ ਹੈ ਕਿ 168 ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਅੱਜ ਕੋਈ ਵੀ ਨਵਾਂ ਮੌਤ ਦਾ ਮਾਮਲਾ ਸਾਹਮਣੇ ਨਹੀਂ ਆਇਆ। ਇਸ ਦੌਰਾਨ ਆਪ ਜੀ ਨੂੰ ਪਤਾ ਹੈ ਕਿ ਹੌਲੀ ਹੌਲੀ ਲੋਕਡਾਊਨ ਦੀ ਜਿਹੜੀ ਫੇਜ਼ ਹੈ ਉਹ ਬਦਲਦੀ ਜਾ ਰਹੀ ਹੈ। ਲੋਕਾਂ ਨੂੰ ਤੇ ਸੂਬਿਆਂ ਦੇ ਵੱਖਰੇ ਏਰੀਆ ਨੂੰ ਆਪਾਂ ਚੀਜ਼ਾਂ ਨੂੰ ਖੋਲ ਰਹੇ ਨੇ, ਲੋਕਾਂ ਨੂੰ ਸਹੂਲਤਾਂ ਦੇ ਰਹੇ ਹਨ। ਉਹਦੇ ਚਲਦੇ ਜਿਹੜੇ ਖਾਣ ਪੀਣ ਦੀ ਵਸਤੂਆਂ, ਜਿਹੜੀ ਗਰੋਸਰੀ ਦੀ ਦੁਕਾਨਾਂ, ਐਸੈਂਸ਼ੀਅਲ ਆਈਟਮਸ ਦੀ ਉਹ ਵੀ ਖੋਲੀ ਜਾ ਰਹੀ ਹੈ। ਕਈ ਲੋਕਾਂ ਵੱਲੋਂ ਸਾਨੂੰ ਇਹ ਪੁੱਛਿਆ ਵੀ ਜਾਂਦਾ ਹੈ ਕਿ ਜੇ ਸਮਾਨ ਖਰੀਦਣ ਜਾਣਾ ਜਾਂ ਜਿਹੜਾ ਦੁਕਾਨਦਾਰ ਹੈ ਉਸ ਦੇ ਵੱਲੋਂ ਕਿਸ ਚੀਜ਼ਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਤਾਂ ਕਿ ਜੇ ਕੋਈ ਬੰਦਾ ਅਗਰ ਸਮਾਨ ਖਰੀਦਣ ਜਾ ਰਿਹਾ ਹੈ, ਦੁਕਾਨਦਾਰ ਜਿਹੜਾ ਸਮਾਨ ਵੇਚ ਰਿਹਾ ਹੈ, ਉਹਨਾਂ ਨੂੰ ਜਿਹੜੀ ਕੋਵਿਡ ਦੇ ਕਰਦੇ ਕੋਈ ਪ੍ਰੋਬਲਮ ਨਾ ਆਏ। ਦੇਖिए जी, ਅਸੀਂ ਕਈ ਵਾਰ ਆਪ ਜੀ ਸਾਰਿਆਂ ਨੂੰ ਦੱਸ ਚੁੱਕੇ ਨੇ ਕਿ ਕੁਝ ਇੱਕ ਜਿਹੜੀ ਸਾਡੀ ਹੈਲਥ ਦੀ ਪ੍ਰੋਟੋਕਾਲ ਹੈ ਉਹਦੇ ਕੁਝ ਬੇਸਿਕ ਜਿਹਦੇ ਕਹਿਣਾ ਚਾਹੀਦੇ ਮੁੱਢਲੇ ਪੁਆਇੰਟਸ ਨੇ ਉਹ ਆਪ ਜੀ ਨੂੰ ਅਸੀਂ ਬਾਰ-ਬਾਰ ਰਿਪੀਟ ਵੀ ਕਰਦੇ ਹਾਂ। ਨੰਬਰ 1, ਆਪਾਂ ਨੂੰ ਆਪਣੀ ਹੈਂਡ ਹਾਈਜੀਨ ਦਾ ਧਿਆਨ ਰੱਖਣਾ ਹੈ, ਯਾਨੀ ਆਪਾਂ ਨੂੰ ਆਪਣੇ ਹੱਥਾਂ ਦੀ ਸਫਾਈ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਹੈ। ਇਹ ਹੱਥਾਂ ਦੀ ਸਫਾਈ ਆਪਾਂ ਸਾਬਣ ਨਾਲ ਵੀ ਕਰ ਸਕਦੇ ਹਾਂ ਜਾਂ ਆਪਾਂ ਇਹਦੇ ਲਈ ਸੈਨੀਟਾਈਜ਼ਰ ਦਾ ਵੀ ਪ੍ਰਯੋਗ ਕਰ ਸਕਦੇ ਹਾਂ। ਸੈਨੀਟਾਈਜ਼ਰ ਦੇ ਵੇਲੇ ਆਪਾਂ ਨੂੰ ਧਿਆਨ ਰੱਖਣਾ ਹੈ ਘੱਟੋ ਘੱਟ 70% ਐਲਕੋਹਲ ਉਹਦੇ 'ਚ ਹੋਣਾ ਚਾਹੀਦਾ ਹੈ। ਸਾਬਣ ਦੇ ਵੇਲੇ ਹੱਥ ਧੋਣ ਦੇ ਵੇਲੇ ਆਪਾਂ ਨੂੰ ਧਿਆਨ ਰੱਖਣਾ ਹੈ ਸਾਬਣ ਦੇ ਰਾਹੀਂ ਜੇ ਆਪਾਂ ਹੱਥ ਧੋ ਰਹੇ ਹਾਂ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਮਿਨੀਮਮ 20 ਸੈਕਿੰਡ, ਔਰ ਜੇ ਸੈਨੀਟਾਈਜ਼ਰ ਦੇ ਨਾਲ ਆਪਾਂ ਹੱਥ ਸਾਫ਼ ਕਰ ਰਹੇ ਨੇ ਤਾਂ ਆਪਾਂ ਨੂੰ ਮਿਨੀਮਮ 40 ਸੈਕਿੰਡ ਦਾ ਸਮਾਂ ਇਹ ਹੱਥਾਂ ਦੀ ਸਫਾਈ ਤੇ ਜ਼ਰੂਰ ਦੇਣਾ ਚਾਹੀਦਾ ਹੈ। ਇੱਥੇ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਜੇ ਹੱਥ ਕਈ ਵਾਰ ਆਪਾਂ ਨੂੰ ਸਾਫ਼ ਦਿਸਦੇ ਹਨ ਤਾਂ ਵੀ ਹਰ 2 ਘੰਟੇ ਬਾਅਦ ਹੱਥਾਂ ਦੀ ਸਫਾਈ ਕਰਨ ਦੀ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਹੈ ਪਹਿਲੀ ਗੱਲ। ਦੂਜੀ ਗੱਲ ਹੈ ਚਿਹਰੇ ਨੂੰ ਢੱਕ ਕੇ ਰੱਖਣਾ। ਨੱਕ ਤੇ ਮੂੰਹ ਨੂੰ ਸदैव ਮਾਸਕ ਦੇ ਰਾਹੀਂ ਢੱਕ ਕੇ ਰੱਖਣਾ ਚਾਹੀਦਾ ਹੈ। ਇਹ ਮਾਸਕ ਜਿਹੜਾ ਹੈ ਕੋਈ ਜ਼ਰੂਰੀ ਨਹੀਂ ਕਿ N95 ਜਾਂ ਟ੍ਰਿਪਲ ਲੇਅਰ ਹੋ, ਇਹ ਸੂਤੀ ਕੱਪੜੇ ਦਾ ਹੋ ਸਕਦਾ ਹੈ। ਸੂਤੀ ਕੱਪੜੇ ਦਾ ਹੋਏ ਤਾਂ ਇਹਦੀ ਰੋਜ਼ਾਨਾ ਧੁਲਾਈ ਹੋਣੀ ਚਾਹੀਦੀ। ਧੋਣ ਤੋਂ ਬਾਅਦ ਤੁਸੀਂ ਸੁਕਾ ਕੇ ਇਹਨੂੰ ਦੁਬਾਰਾ ਇਸਤੇਮਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੀਜੀ ਜਿਹੜੀ ਮਹੱਤਵਪੂਰਨ ਚੀਜ਼ ਹੈ ਜਿਹੜੀ ਸਾਰੇ ਤਰੀਕੇ ਨਾਲ ਅਸੀਂ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਰਾਹੀਂ ਆਪ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆਪ ਜੀ ਨੂੰ ਸਾਰਿਆਂ ਨੂੰ ਪਤਾ ਵੀ ਹੈ ਕਿ ਸੋਸ਼ਲ ਡਿਸਟੈਂਸਿੰਗ ਘੱਟੋ ਘੱਟ 1 ਮੀਟਰ ਜਾਂ ਉਸ ਤੋਂ ਵੱਧ ਦੀ ਸਮਾਜਿਕ ਦੂਰੀ ਬਣਾ ਕੇ ਰੱਖਣੀ ਹੈ ਜੇ ਤੁਸੀਂ ਕਿਤੇ ਵੀ ਭੀੜ ਵਾਲੀ ਥਾਂ ਤੇ ਜਾਣਾ ਵੀ ਹੈ ਤਾਂ। ਇਸ ਤੋਂ ਇਲਾਵਾ ਲਾਸਟ ਜਿਹੜੀ ਚੀਜ਼ ਸਾਰਿਆਂ ਦੇ ਲਈ ਇੰਪੋਰਟੈਂਟ ਹੈ ਕਿ ਜੇ ਕਿਸੇ ਬੰਦੇ ਨੂੰ ਕਿਸੇ ਤਰ੍ਹਾਂ ਦਾ ਲੱਛਣ ਦਿਖਾਈ ਦਿੰਦਾ ਹੈ ਜਿਹੜਾ ਕਿ
ਤੁਹਾਨੂੰ ਲੱਗਦਾ ਹੈ ਕਰੋਨਾ ਦੇ ਨਾਲ ਸੰਬੰਧਿਤ ਹੋ ਸਕਦਾ ਹੈ, ਜਿਵੇਂ ਕਿ ਬੁਖਾਰ ਜਾਂ ਖੰਘ, ਇਹ ਤੋਂ ਤੁਸੀਂ ਘਬਰਾਉਣ ਦੀ ਲੋੜ ਨਹੀਂ ਹੈ। ਇਹ ਕੁਝ ਹੋਰ ਵੀ ਹੋ ਸਕਦਾ ਹੈ, ਉਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਨੇੜਲੇ ਹਸਪਤਾਲ ਜਾਓ। ਇਹ ਤੋਂ ਹੈ ਜੀ ਸਾਡੀ ਮੁੱਢਲੀਆਂ ਬੇਸਿਕ ਚੀਜ਼ਾਂ ਜਿਹੜੀ ਹਰ ਬੰਦੇ ਨੇ ਫੋਲੋ ਕਰਨੀ ਹੈ। ਹੁਣ ਖਾਣ ਪੀਣ ਦੀ ਚੀਜ਼ਾਂ ਦੀ ਜੇ ਆਪਾਂ ਗੱਲ ਕਰੀਏ, ਆਮ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹ ਇਸੇ ਦੇ ਰਾਹੀਂ ਜੁੜੇ ਹੋਏ, ਇਸੇ ਦੇ ਨਾਲ ਹੀ ਜੁੜੇ ਹੋਏ ਨੇ। ਜਿਵੇਂ ਕਿ ਜਿੰਨੇ ਵੀ ਦੁਕਾਨਦਾਰ ਹੈ ਜਾਂ ਉਹਨਾਂ ਦੇ ਜਿਹੜੇ ਡਿਲੀਵਰੀ ਬॉय ਹੈ, ਉਹਨਾਂ ਨੂੰ ਆਪਣੀ ਹੈਂਡ ਹਾਈਜੀਨ, ਮਾਸਕ ਦੀ ਵਰਤੋਂ ਅਤੇ ਸੋਸ਼ਲ ਡਿਸਟੈਂਸਿੰਗ ਰੱਖਣੀ ਹੈ ਜਿਸ ਵੇਲੇ ਉਹ ਦੁਕਾਨ ਤੇ ਕੋਈ ਸਮਾਨ ਵੇਚ ਰਹੇ ਹਨ ਜਾਂ ਉਹ ਦੁਕਾਨ ਦੇ ਸਮਾਨ ਦੀ ਕਿਤੇ ਡਿਲੀਵਰੀ ਕਰ ਰਹੇ ਹਨ। ਉਸ ਤੋਂ ਇਲਾਵਾ ਇਹ ਬਹੁਤ ਜ਼ਰੂਰੀ ਹੈ ਕਿ ਹੱਥ ਮਿਲਾਉਣ ਤੋਂ ਪਰਹੇਜ਼ ਕੀਤਾ ਜਾਏ, ਨੋ ਹੈਂਡਸ਼ੇਕ। ਕਿਤੇ ਵੀ ਆਪਾਂ ਪੁਰਾਣਾ ਜਿਹੜਾ ਸਮਾਂ ਸੀਗਾ, ਆਪਾਂ ਸਤਿ ਸ਼੍ਰੀ ਅਕਾਲ ਬੁਲਾਉਂਦੇ ਸੀ, ਉਹੀ ਸਮਾਂ ਦੇ ਤਰੀਕੇ ਨਾਲ ਆਪਾਂ ਬਿਨਾਂ ਹੱਥ ਮਿਲਾਏ ਲੋਕਾਂ ਨੂੰ ਆਪਾਂ ਨੂੰ ਗ੍ਰੀਟ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਜ਼ਰੂਰੀ ਹੈ ਕਿ ਜਿਹੜੇ ਵੀ ਆਪਣੇ ਕਾਊਂਟਰ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਹੈ ਜਿੱਥੇ ਜ਼ਿਆਦਾ ਲੋਕਾਂ ਦੇ ਹੱਥ ਟੱਚ ਹੁੰਦੇ ਹੈ ਜਾਂ ਜਦੋਂ ਓਪਨ ਹੁੰਦੀ ਹੈ, ਜਿਵੇਂ ਕਿ ਆਪਣੀ ਡਿਲੀਵਰੀ ਦੀ ਗੱਡੀ ਜਾਂ ਡਿਲੀਵਰੀ ਦਾ ਸਮਾਨ ਰੱਖਣ ਵਾਲਾ ਜਿਹੜਾ ਡੱਬਾ ਹੈ, ਉਹ ਇਸ ਤਰ੍ਹਾਂ ਦੇ ਜੋ ਸਾਰੇ ਇਕਵਿਪਮੈਂਟਸ ਹੈ, ਇਹਨਾਂ ਨੂੰ ਵੀ ਸਾਫ਼ ਰੱਖਣਾ ਜ਼ਰੂਰੀ ਹੈ। ਤੇ ਇੱਕ ਬੜੀ ਇੰਪੋਰਟੈਂਟ ਚੀਜ਼ ਹੈ ਕਿ ਜਾਂ ਤਾਂ ਤੁਸੀਂ ਇਹਨੂੰ ਸਾਬਣ ਦੇ ਪਾਣੀ ਦੇ ਨਾਲ ਧੋ ਕੇ ਸਾਫ਼ ਰੱਖ ਸਕਦੇ ਹੋ ਜਾਂ 1% ਹਾਈਪੋ ਦੇ ਸੋਲੂਸ਼ਨ ਦੇ ਨਾਲ ਵੀ ਤੁਸੀਂ ਜੇ ਇਹਨੂੰ ਗੀਲਾ ਕਰਕੇ ਸਾਫ਼ ਕਰੋ ਤਾਂ ਵੀ ਜਿਹੜਾ ਇਹ ਵਾਇਰਸ ਹੈ ਉਹ ਖਤਮ ਹੋ ਜਾਂਦਾ ਹੈ। ਤਾਂ ਇਹਨਾਂ ਦੀ ਸੈਨੀਟਾਈਜੇਸ਼ਨ ਬੜੀ ਜ਼ਰੂਰੀ, ਖਾਸ ਕਰਕੇ ਉਹਨਾਂ ਸਤਹਾਂ ਦੀ ਜਿਹੜੀ ਜ਼ਿਆਦਾ ਛੂਈ ਜਾਂਦੀ ਹੈ, ਜਿਵੇਂ ਕਿ ਤੁਹਾਡੀ ਦੁਕਾਨ ਦੇ ਗੇਟ ਤੇ ਲੱਗਿਆ ਹੋਇਆ ਹੈਂਡਲ, ਉਹਨੂੰ ਸਾਫ਼ ਰੱਖਣਾ ਬੜਾ ਜ਼ਰੂਰੀ, ਕਿਉਂਕਿ ਕਾਫੀ ਲੋਕ ਉਹਨੂੰ ਛੂੰਹਦੇ ਹੁੰਦੇ, ਤਾਂ ਉਹਨਾਂ ਦੀ ਤੁਸੀਂ ਰੈਗੂਲਰ ਤੌਰ ਤੇ ਸਫਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਅਸੀਂ ਆਪ ਜੀ ਨੂੰ ਇਹ ਵੀ ਰਿਕੁਐਸਟ ਕਰਦੇ ਹਾਂ ਕਿ ਜਿਹੜੇ ਦੁਕਾਨ ਤੇ ਤੁਹਾਡੇ ਜਿਹੜੇ ਦੁਕਾਨ ਦੇ ਡਿਲੀਵਰੀ ਬॉयਜ਼ ਨੇ, ਉਹਨਾਂ ਨੇ ਕੋਈ ਵੀ ਤਰ੍ਹਾਂ ਦਾ ਤੰਬਾਕੂ ਪਦਾਰਥ ਦਾ ਸੇਵਨ ਕਰਨਾ, ਜਿਵੇਂ ਕਿ ਧੂਮਰਪਾਨ ਜਾਂ ਜਿਹੜਾ ਤੰਬਾਕੂ ਚਬਾਇਆ ਜਾਂਦਾ ਹੈ, ਉਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜਗ੍ਹਾ ਜਗ੍ਹਾ ਥੁੱਕਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ, ਬਿਕੋਜ਼ ਥੁੱਕਣ ਤੋਂ ਵੀ ਕੋਰੋਨਾ ਵਾਇਰਸ ਦੇ ਫੈਲਣ ਦਾ ਖਤਰਾ ਵੱਧਦਾ ਹੈ। ਜੇ ਤੁਸੀਂ ਦੁਕਾਨਦਾਰ ਹੋ ਔਰ ਅੱਜ ਤੱਕ ਤੁਸੀਂ ਡਿਜੀਟਲ ਪੇਮੈਂਟ ਤੁਸੀਂ ਆਪਣੀ ਦੁਕਾਨ ਤੇ ਸ਼ੁਰੂ ਨਹੀਂ ਕੀਤਾ ਹੈ, ਤਾਂ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਡਿਜੀਟਲ ਪੇਮੈਂਟਸ ਨੂੰ ਬੜਾਵਾ ਦਿਓ, ਕਿਉਂਕਿ ਇਹਦੇ ਨਾਲ ਤੁਸੀਂ ਜਿਹੜੇ ਨਕਦੀ ਦੇ ਲੈਣ ਦੇਣ ਤੋਂ ਪਰਹੇਜ਼ ਕਰ ਸਕਦੇ ਹੋ, ਜਿਹਦੇ ਰਾਹੀਂ ਵੀ ਜਿਹੜਾ ਨੋਟ ਹੈ ਉਹਨਾਂ ਦੇ ਰਾਹੀਂ ਵੀ ਕਈ ਵਾਰ ਜਿਹੜਾ ਕੋਰੋਨਾ ਵਾਇਰਸ ਹੈ ਉਹਦੇ ਫੈਲਣ ਦੇ ਚਾਂਸਸ ਹੁੰਦੇ ਹਨ। ਤਾਂ ਡਿਜੀਟਲ ਪੇਮੈਂਟ ਜਿੰਨਾ ਜ਼ਿਆਦਾ ਤੁਸੀਂ ਪ੍ਰਮੋਟ ਕਰੋਗੇ, ਉਨਾ ਹੀ ਤੁਸੀਂ ਇਸ ਜਿਹੜੀ ਸਿਹਤ ਦੀ ਜਿਹੜੀ ਪ੍ਰੋਟੋਕੋਲਸ ਹੈ ਉਹਨਾਂ ਦੀ ਤੁਸੀਂ ਫੋਲੋ ਕਰ ਪਾਓਗੇ। ਜਿਹੜੇ ਕੰਜ਼ਿਊਮਰਸ ਹੈ, ਜਿਹੜੇ ਗ੍ਰਾਹਕ ਹੈ, ਉਹਨਾਂ ਨੂੰ ਕੀ ਧਿਆਨ ਰੱਖਣਾ ਹੈ? ਉਹਨਾਂ ਨੂੰ ਇੱਕ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹੁਣ ਕੱਪੜੇ ਦਾ ਥੈਲਾ ਲੈ ਕੇ ਬਾਹਰ ਜਾਣ। ਇਹ ਕੱਪੜੇ ਦਾ ਥੈਲਾ ਤਾਂ ਅਸੀਂ ਤੁਹਾਨੂੰ ਕਹਿੰਦੇ ਨੇ ਕਿ ਇਹ ਕੱਪੜੇ ਦੇ ਥੈਲੇ ਤੁਸੀਂ ਸਮਾਨ ਖਰੀਦਣ ਤੋਂ ਬਾਅਦ ਘਰ ਆ ਕੇ ਇਹਨੂੰ ਤੁਸੀਂ ਧੋ ਸਕਦੇ ਹੋ, ਇਸ ਕਰਕੇ ਇਹ ਸਾਫ਼ ਹੋ ਸਕਦਾ ਹੈ। ਇਸ ਤੋਂ ਇਲਾਵਾ ਕੋਈ ਵੀ ਸਮਾਨ ਤੁਸੀਂ ਬਾਹਰ ਤੋਂ ਲਾਓ ਤਾਂ ਜਿਹੜਾ ਸੋਡਾ ਖਾਣ ਵਾਲਾ ਸੋਡਾ ਹੁੰਦਾ ਹੈ, ਉਹਨੂੰ ਕੋਸੇ ਪਾਣੀ 'ਚ ਮਿਲਾ ਕੇ ਜੇ ਤੁਸੀਂ ਉਸ ਚੀਜ਼ ਨੂੰ ਇੱਕ ਵਾਰ ਧੋ ਲਿਓਗੇ ਤਾਂ ਤੁਹਾਡੀ ਜਿਹੜੀ ਵਾਇਰਸ ਹੈ ਉਹਦੇ ਲੱਗਣ ਦੇ ਜਿਹੜੇ ਚਾਂਸਸ ਹੈ ਉਹ ਘਟ ਜਾਣਗੇ ਤੇ ਤੁਹਾਡੀ ਚੀਜ਼ ਸਾਫ਼ ਹੋ ਜਾਏਗੀ। ਇਸ ਤੋਂ ਇਲਾਵਾ ਤੁਸੀਂ ਸਾਫ਼ ਪਾਣੀ 'ਚ 50 ppm ਕਲੋਰੀਨ ਦੇ ਪਾਣੀ ਦੇ ਨਾਲ ਵੀ ਜੇ ਤੁਸੀਂ ਕੋਈ ਚੀਜ਼ ਸਾਫ਼ ਕਰੋਗੇ ਤਾਂ ਵੀ ਜਿਹੜਾ ਵਾਇਰਸ ਹੈ ਉਹ ਖਤਮ ਹੋ ਜਾਂਦਾ ਹੈ। ਬਾਸੀ ਫੂਡ ਤੇ ਖਾਣ ਤੋਂ ਤੇ ਉਹਨੂੰ ਯੂਜ਼ ਕਰਨ ਤੋਂ ਪਰਹੇਜ਼ ਕੀਤਾ ਜਾਵੇ। ਫ੍ਰਿਜ ਦੀ ਰੈਗੂਲਰ ਸਫਾਈ ਕਰਨਾ ਬਹੁਤ ਜ਼ਰੂਰੀ ਹੈ ਕਿ ਕਦੇ ਉਹਦੇ 'ਚ ਕੋਈ ਕਿਸੇ ਤਰ੍ਹਾਂ ਦੀ ਗੰਦਗੀ ਨਾ ਹੋਵੇ। ਇਸ ਤੋਂ ਇਲਾਵਾ ਜਿਹੜੇ ਲੋਕ ਜਿਹੜੇ ਕੰਮੇ ਫੂਡ ਨੂੰ ਹੈਂਡਲ ਕਰਦੇ ਹੈ, ਫੂਡ ਦੀ ਜਿਹਨੇ ਸਰਵਿੰਗ ਕਰਦੇ ਹੈ, ਲੋਕਾਂ ਨੂੰ ਵਰਤਾਉਂਦੇ ਹੈ, ਉਹਨਾਂ ਦੇ ਲਈ ਕੁਝ ਬੇਸਿਕ गाइडलाइंस है। हैंड हाइजीन, मास्क, मैं फिर रिपीट कर रहा वो सारे लिए जरूरी है। इस तो अलावा उन्होंने जे कोई एसेसरीज पाते होंगे जिमें कि घड़ी या कोई गहने, उस तो परहेज किया जाए। ਜਿਹੜੀ ਵੀ ਓਪਨ ਸਤਹਾਂ ਹੈ ਜਿਹਦੇ 'ਚ ਸੰਕਰਮਣ ਫੈਲ ਸਕਦਾ ਹੈ, ਜਿਹਨੂੰ ਲੋਕ ਜ਼ਿਆਦਾ ਛੂਹਦੇ ਹੈ, ਉਹਨਾਂ ਦਾ ਆਪ ਜੀ ਨੂੰ ਮੈਂ ਆਲਰੇਡੀ ਦੱਸ ਚੁੱਕਿਆ 1% ਹਾਈਪੋ ਤੇ ਘੋਲ ਦੇ ਨਾਲ ਇਹਦਾ ਸੈਨੀਟਾਈਜ਼ ਕੀਤਾ ਜਾ ਸਕਦਾ ਹੈ ਜਾਂ ਸਾਬਣ ਦੇ ਪਾਣੀ ਨਾਲ ਹੀ ਸਤਹਾਂ ਨੂੰ ਬਾਰ-ਬਾਰ ਤੁਸੀਂ ਧੋਣਾ ਚਾਹੀਦਾ ਹੈ। ਸੋਸ਼ਲ ਡਿਸਟੈਂਸਿੰਗ ਜਿਹੜਾ ਤੁਹਾਡਾ ਕਿਚਨ ਹੈ ਜਿੱਥੇ ਜ਼ਿਆਦਾ ਇੱਕ ਤੋਂ ਜ਼ਿਆਦਾ ਲੋਕ ਕੰਮ ਕਰਦੇ ਹੈ, ਉਹ ਆਪਸ 'ਚ ਕੰਮ ਕਰਦੇ ਵੇਲੇ ਉਹਨਾਂ ਨੂੰ ਧਿਆਨ ਰੱਖਣਾ ਹੈ ਕਿ 1 ਮੀਟਰ ਦੀ ਦੂਰੀ ਬਣਾਈ ਰੱਖੇ। ਖਾਣੇ ਨੂੰ ਹੱਥ ਤੋਂ ਛੂਹਣ ਤੋਂ ਪਰਹੇਜ਼ ਕਰਨਾ ਚਾਹੀਦਾ, ਇਸ ਕਰਕੇ ਚਮਚਾ ਤੇ ਹੋਰ ਚੀਜ਼ਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਜਿਹਦੇ ਨਾਲ ਖਾਣੇ ਨੂੰ ਛੂਹਣ ਤੋਂ ਘੱਟੋ ਘੱਟ ਆਪਾਂ ਗੁਰੇਜ਼ ਕਰੀਏ, ਮਤਲਬ ਜ਼ਿਆਦਾ ਤੋਂ ਜ਼ਿਆਦਾ ਗੁਰੇਜ਼ ਕਰੀਏ, ਹੱਥੋਂ ਤੋਂ ਘੱਟੋ ਘੱਟ ਛੂਈਏ। ਜਨਰਲੀ ਲੋਕਾਂ ਨੂੰ ਇਹ ਵੀ ਅਸੀਂ ਮੋਟੀਵੇਟ ਕਰਦੇ ਹਾਂ ਕਿ ਜਿਹੜੀ ਆਨਲਾਈਨ ਤੁਸੀਂ ਆਰਡਰ ਲੈਣ ਦੀ ਪ੍ਰਕਿਰਿਆ ਹਾਈਐਸਟ ਰੱਖੋ, ਜ਼ਿਆਦਾ ਰੱਖੋ, ਤਾਂ ਕਿ ਲੋਕਾਂ ਦਾ ਤੁਹਾਡੇ ਦੁਕਾਨ ਦੇ ਸਾਹਮਣੇ ਜਾਂ ਤੁਹਾਡੇ ਅਦਾਰੇ ਤੇ ਲੰਬੀਆਂ ਲਾਈਨਾਂ ਨਾ ਲੱਗੇ ਤੇ ਤੁਸੀਂ ਉਹਨਾਂ ਦੇ ਵਿਚਕਾਰ ਵੀ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰ ਸਕੋ ਤੇ ਉਹਨਾਂ ਦੀ ਭੀੜ ਤੋਂ ਤੁਸੀਂ ਬਚ ਸਕੋ। ਮੈਨੂੰ ਆਸ ਹੈ ਕਿ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਫੋਲੋ ਕਰੋਗੇ तो अपनी ਜਿਹੜੀ ਹੈ ਬੇਸਿਕ ਐਸੈਂਸ਼ੀਅਲ ਆਈਟਮ ਦੀ ਜ਼ਰੂਰੀ ਵਸਤੂਆਂ ਦੀ ਦੁਕਾਨ ਹੈ ਉਹਨੂੰ ਆਪਾਂ ਨਾ ਕੇਵਲ ਖੋਲ ਸਕਦੇ ਹਾਂ ਬਲਕਿ ਆਸਾਨੀ ਨਾਲ ਆਪਾਂ ਕਰੋਨਾ ਵਾਇਰਸ ਤੋਂ ਬਚੇ ਰਹਿੰਦੇ ਉਹਨਾਂ ਨੂੰ ਚਲਾ ਵੀ ਸਕਦੇ ਹਾਂ। ਅੰਤ ਵਿੱਚ ਅਸੀਂ ਸਾਰਿਆਂ ਦਾ ਬੜਾ ਧੰਨਵਾਦ ਕਰਦੇ ਹਾਂ, ਸਾਰੇ ਸਹਿਯੋਗ ਜਿਹੜੇ ਸਾਨੂੰ ਦੇ ਰਹੇ ਨੇ, ਜਿਹੜੀ ਸਾਡੀ ਕਰੋਨਾ ਵਾਇਰਸ ਦੀ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਲਈ ਅਗੇਨ ਮੈਂ ਪੰਜਾਬ ਸਰਕਾਰ ਵੱਲੋਂ ਬੜਾ ਆਪ ਜੀ ਨੂੰ ਧੰਨਵਾਦ ਅਦਾ ਕਰਦਾ ਹਾਂ ਤੇ ਨਾਲ ਆਪ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਸੰਕਟ ਦੀ ਘੜੀ ਵਿੱਚ ਜਿਵੇਂ ਕਿ ਮੈਂ ਆਪ ਜੀ ਨੂੰ ਪਹਿਲੇ ਹੀ ਦੱਸਿਆ ਕਿ ਆਪਣੇ ਹੱਥਾਂ ਦੀ ਸਫਾਈ ਦਾ ਖਾਸ ਧਿਆਨ ਰੱਖੋ ਤੇ ਆਪਣੇ ਵਿਚਕਾਰ ਘੱਟੋ ਘੱਟ 1 ਮੀਟਰ ਦੀ ਦੂਰੀ ਜ਼ਰੂਰ ਬਣਾਏ ਰੱਖੋ। ਘਰੇ ਰਹੋ, ਸੁਰੱਖਿਅਤ ਰਹੋ ਤੇ ਸਵਸਥ ਰਹੋ। ਧੰਨਵਾਦ।